ਤੁਹਾਨੂੰ ਯਾਦ ਹੋਣਾ ਚਾਹੀਦਾ ਜਦੋਂ 1982 ਚ ਧਰਮ ਯੁੱਧ ਮੋਰਚਾ ਲੱਗਿਆ ਸੀ, ਉਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਇੱਕ ਵੱਖਰੇ ਨੁਕਤੇ ਤੋਂ ਇਸ ਮੋਰਚੇ 'ਚ ਸ਼ਾਮਲ ਹੋਏ ਸੀ ਤੇ ਹੁਣ ਤੱਕ ਸਿਆਸੀ ਤੇ ਧਾਰਮਿਕ ਲੀਡਰਸ਼ਿਪ ਨੂੰ ਸਫਲਤਾ ਇਸ ਕਰਕੇ ਨਹੀਂ ਮਿਲ ਰਹੀ ਕਿ ਉਹ ਸਿੱਖੀ ਸਿਧਾਂਤਾਂ ਤੋਂ, ਸਿੱਖੀ ਆਚਾਰ ਵਿਹਾਰ ਤੋਂ ਪੂਰੇ ਨਹੀਂ ਉਤਰ ਰਹੇ, ਖਰੇ ਨਹੀਂ ਉਤਰਦੇ। ਕਦੇ ਮੋਰਚਾ ਲਾਉਂਦੇ ਨੇ, ਵਾਪਸ ਲੈ ਲੈਂਦੇ ਨੇ, ਮਰਨ ਵਰਤ ਰੱਖਦੇ ਨੇ, ਵਾਪਸ ਲੈ ਲੈਂਦੇ ਨੇ। ਜਦੋਂ ਉਹਨਾਂ ਦੀ ਟੋਕਾ ਟਾਕੀ ਹੋਈ ਸੀ, ਉਹਨਾਂ ਨੇ ਇੱਕ ਸਵਾਲ ਉਠਾਇਆ ਸੀ ਜੀ ਕਿ ਸਾਡੇ ਤਖਤ ਸਾਹਿਬਾਨ ਦੇ ਜਥੇਦਾਰ ਸੀ ਆਗੂਆਂ ਦੇ, ਅਕਾਲੀ ਆਗੂਆਂ ਦੇ ਜਿਹੜੇ ਧੀਆਂ ਪੁੱਤ ਨੇ, ਜਿਹੜੇ ਸਾਫ ਸੂਰਤ ਵੀ ਹੈ ਨਹੀਂ, ਜਿਹੜੇ ਅੰਮ੍ਰਿਤਧਾਰੀ ਵੀ ਹੈ ਨਹੀਂ, ਉਹਨਾਂ ਦੇ ਆਨੰਦ ਕਾਰਜ ਜਾ ਕੇ ਕਰਾਉਂਦੇ ਨੇ ਜੀ। ਦੱਸੋ ਇਹ ਕਿਹੜੀ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਹੋਇਆ? ਗਰੇਵਾਲ ਸਾਹਿਬ, ਜਿਵੇਂ 1982 ਦਾ ਹਵਾਲਾ ਦੇ ਕੇ ਔਰ ਸਿੱਖ ਰਹਿਤ ਮਰਿਆਦਾ, ਸਿੱਖ ਸਿਧਾਂਤਾਂ ਦਾ ਹਵਾਲਾ ਦੇ ਕੇ ਮਾਲੀ ਸਾਹਿਬ ਨੇ ਗੱਲ ਰੱਖੀ ਹੈ, ਕੀ ਕਹੋਗੇ? ਦੇਖੋ, ਮੈਂ ਪਹਿਲਾਂ ਹੀ ਇਸ ਗੱਲ 'ਚ ਕਿਹਾ ਜੀ, ਮੈਂ ਇਸ ਬਹਿਸ ਵਿੱਚ ਨਹੀਂ ਪੈਣਾ। ਮਾਲੀ ਸਾਹਿਬ ਦਾ ਆਪਣੇ ਵਿਚਾਰ ਨੇ, ਮੈਂ ਉਹਨਾਂ ਦਾ ਸਤਿਕਾਰ ਕਰਦਾ। ਬਤੌਰ ਸਿੱਖ, ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਨਰਲ ਸਕੱਤਰ, ਕੌਮ ਨੂੰ, ਪੰਥ ਨੂੰ ਤੁਸੀਂ ਕੋਈ ਤਾਂ ਗੱਲ ਉਹਨਾਂ ਨੂੰ ਰੱਖੋਗੇ? ਜਥੇਦਾਰ ਸਾਹਿਬ ਦਾ ਜਾਣਾ ਆਪਣਾ ਨਿੱਜੀ ਫੈਸਲਾ, ਉਹ ਇਸ ਗੱਲ ਨੂੰ ਬਖੂਬੀ ਜਸਟੀਫਾਈ ਕਰ ਸਕਦੇ ਆ ਕਿ ਮੈਂ ਕਿੱਦਾਂ ਗਿਆ, ਕਿਵੇਂ ਗਿਆ, ਕਿੱਥੇ ਗਿਆ, ਉੱਥੇ ਕੀ ਸੀ, ਇਹ ਉਹੀ ਦੱਸਣਗੇ। ਪਾਸੇ ਤਾਂ ਆਮ ਆਦਮੀ ਦੀ ਸਿੱਖਾਂ ਪ੍ਰਤੀ ਬਹੁਤ ਮਾੜਾ ਨਜ਼ਰੀਆ, ਦੂਸਰੇ ਪਾਸੇ ਜਥੇਦਾਰ ਸਾਹਿਬ ਤੋਂ ਬਹੁਤ ਵੱਡੀਆਂ ਆਸਾਂ ਨੇ ਤੇ ਸਿੱਖ ਆਵਾਮ ਜਿਹੜਾ ਉਹਨਾਂ ਦਾ ਸਤਿਕਾਰ ਕਰਦਾ। ਇਸ ਗੱਲ ਦੇ ਵਿੱਚ ਥੋੜਾ ਜਿਹਾ ਸਿੱਖ ਭਾਵਨਾਵਾਂ ਦੇ ਵਿੱਚ ਥੋੜਾ ਜਿਹਾ ਮਨ 'ਚ ਰੋਸ ਜ਼ਰੂਰ ਆਇਆ। ਅੱਜ ਦੇ ਸਮੇਂ ਦੇ ਅੰਦਰ ਜੋ ਹਾਲਾਤ ਪੰਜਾਬ ਦੇ ਅੰਦਰ ਪੈਦਾ ਹੋਏ, ਭਾਵੇਂ ਕਿ ਦਿੱਲੀ ਦੀ ਸਰਕਾਰ ਦੇ ਵੱਲੋਂ ਇਸ ਗੱਲ ਦਾ ਥਾਪੜਾ ਸੀ ਤੇ ਪੰਜਾਬ ਦੀ ਸਰਕਾਰ ਨੇ ਉਸ ਗੱਲ ਦੇ ਵਿੱਚ ਸਿੱਖਾਂ ਲਈ ਇੱਕ ਦਮਨ ਚੱਕਰ ਜਿਹੜਾ ਚਲਾਇਆ, ਉਹਦੇ ਵਿੱਚ ਪੂਰਨ ਤੌਰ ਤੇ ਸ਼ਾਮਲ ਹੋਏ ਤੇ ਦਿਖਾਈ ਦਿੱਤੇ। ਐਨੀ ਤਾਂ ਨਹੀਂ ਹਾਈ ਕੋਰਟ ਦੇ ਜੱਜਾਂ ਤੇ ਰੋਕ ਲੱਗੀ ਹੋਈ ਵੀ ਉਹ ਸਮਾਗਮਾਂ 'ਚ ਸ਼ਾਮਲ ਨਹੀਂ ਹੋ ਸਕਦੇ, ਇੱਥੇ ਨਹੀਂ ਸ਼ਾਮਲ ਹੋ ਸਕਦੇ। ਇਹ ਤਾਂ ਸਾਡੀ ਸਿੱਖਾਂ ਦੀ ਜਿਹੜੀ ਸਰਵਉੱਚ ਅਦਾਲਤ ਆ ਉਹਦੇ ਮੁਖੀ ਨੇ ਜੀ। ਇਹਨਾਂ ਦਾ ਵੀ ਆਚਾਰ ਵਿਹਾਰ ਤੇ ਜਾਣਤਾ ਹੋਣਾ ਚਾਹੀਦਾ ਹੈਗਾ ਸੀ। ਇਹ ਪਹਿਲਾਂ ਇਹਦੀ ਪਾਲਣਾ ਹੁੰਦੀ ਰਹੀ ਆ, ਪਰ ਇਹ ਤੋਂ ਲਗਾਤਾਰ ਇਹ ਤਿਲਕਦੇ ਆ ਰਹੇ ਨੇ ਤੇ ਜਿਹੜੀ ਬਹੁਤ ਫਿਕਰਮੰਦੀ ਵਾਲੀ ਗੱਲ ਹੈ। ਪਰ ਉੱਥੇ ਜਾਣ ਨਾਲ ਆਪਣੇ ਆਪ ਪੈ ਗਈ ਹੈ, ਉਸ ਤੋਂ ਬਾਅਦ ਹੀ ਚਰਚਾ ਮੁਨੱਕਦ ਕੀਤੀ ਹੈ, ਕਿਉਂਕਿ ਉਹ ਵਿਵਾਦ ਦੇ ਵਿੱਚ ਚੀਜ਼ ਪੈ ਗਈ ਹੈ, ਤਾਣੀ ਉਲਝ ਗਈ ਹੈ। ਉਹ ਇਹ ਕੋਈ, ਮੈਨੂੰ ਲੱਗਦਾ ਵਿਵਾਦ ਤਾਂ ਰੋਜ਼ ਖੜੇ ਹੁੰਦੇ ਆ, ਵਿਵਾਦ ਜਿੰਨਾ ਮਰਜ਼ੀ ਕੋਈ ਖੜਾ ਕਰ ਲਓ ਕਿਸੇ ਗੱਲ ਦਾ, ਠੀਕ ਹੈ। ਦੇਖੋ, ਵਿਚਾਰ ਆਪੋ ਆਪਣੇ ਆ, ਆਪੋ ਆਪਣੇ ਨਜ਼ਰੀਆ ਵਾ, ਜਿਹੋ ਜਿਹਾ ਚਸ਼ਮਾ ਲੱਗਾ ਉਹ ਜਿਹਾ ਬੰਦਾ ਦੇਖਦਾ। ਸੰਗਤ ਦੇ ਲਈ ਦੇਖੋ, ਸਮੇਂ ਦੀ ਕੇਂਦਰ ਦੀ ਸਰਕਾਰ, ਇੱਥੋਂ ਦੀ ਸਰਕਾਰ, ਅਕਾਲੀ ਦਲ, ਚਾਹੇ ਕੀ ਕਹਿੰਦੇ ਹੁੰਦੇ ਆ ਸ਼੍ਰੋਮਣੀ ਕਮੇਟੀ, ਚਾਹੇ ਕੋਈ ਵੀ ਆ, ਹਰ ਬੰਦੇ ਨੂੰ ਸਮੇਂ ਦੇ ਮੁਤਾਬਕ ਉਹਨਾਂ ਨੇ ਚਾਨਣ ਜ਼ਰੂਰ ਕਰਾਇਆ। ਤੁਸੀਂ ਇੱਕ ਤਰਕ ਦਿੱਤਾ ਸੀ ਕਿ ਆਮ ਆਦਮੀ ਪਾਰਟੀ ਦੇ ਪ੍ਰਤੀ ਜਿਹੜਾ ਹੈ ਪੰਜਾਬ 'ਚ ਸਿੱਖਾਂ ਦੇ ਵਿੱਚ ਰੋਸ ਹੈ ਤੇ ਕਾਂਗਰਸ ਦੇ ਪ੍ਰਤੀ ਦਾ ਮਿਲਣਾ ਤਾਂ ਸਭ ਤੋਂ ਵੱਧ ਰੋਸ ਹੋਊਗਾ, ਤੇ ਉੱਥੇ ਵੀ ਜਥੇਦਾਰ ਸਾਹਿਬ ਗਏ ਸੀਗੇ ਚਰਨਜੀਤ ਚੰਨੀ ਹੋਰਾਂ ਦੇ ਜਦੋਂ ਸੁਪੁੱਤਰ ਦਾ ਵਿਆਹ ਸੀ। ਦੇਖੋ, ਪਹਿਲਾਂ ਚੰਨੀ ਸਾਹਿਬ ਦੇ ਬੇਟੇ ਦੀ ਸ਼ਾਦੀ ਤੇ ਚਲੇ ਗਏ ਸੀ। ਜੇ ਤਾਂ ਇਹਨਾਂ ਨਾਲ ਕਿਸੇ ਦੀ ਨਿੱਜੀ ਰਿਸ਼ਤੇਦਾਰੀ ਆ, ਇਹਨਾਂ ਦੇ ਪਰਿਵਾਰਕ ਸੰਬੰਧ ਨੇ, ਉੱਥੇ ਗੱਲਾਂ ਸਮਝ ਆਉਂਦੀਆਂ ਜੀ, ਜਾਣ ਆਉਣ ਦੀਆਂ। ਪਰ ਜਿੱਥੇ ਇਹੋ ਜਿਹਾ ਕੋਈ ਸੰਬੰਧ ਹੈ ਨਹੀਂ, ਇਹ ਆਪਣੇ ਰੁਤਬੇ ਕਰਕੇ ਜਾਂਦੇ ਨੇ। ਮਾਲੀ ਸਾਹਿਬ, ਜਿਵੇਂ ਗਰੇਵਾਲ ਸਾਹਿਬ ਕਹਿ ਰਹੇ ਹੈ ਕਿ ਮਸਲਾ ਕੋਈ ਬਹੁਤਾ ਵੱਡਾ ਨਹੀਂ, ਕਿ ਵਾਕਿਆ ਹੀ ਮਸਲਾ ਵੱਡਾ ਨਹੀਂ, ਗੰਭੀਰ ਨਹੀਂ, ਚਿੰਤਾ ਦਾ ਵਿਸ਼ਾ ਨਹੀਂ। ਪਹਿਲੀ ਗੱਲ, ਆਮ ਆਦਮੀ ਪਾਰਟੀ ਤਾਂ ਉਹਨੇ ਅਪਰਾਧ ਕੀਤੇ ਨਹੀਂ ਸਿੱਖਾਂ ਦੇ ਖਿਲਾਫ ਜਿੰਨੇ ਕਾਂਗਰਸ ਨੇ ਕੀਤੇ ਆ, ਤੇ ਕਾਂਗਰਸੀ ਆਗੂਆਂ ਨਾਲ ਅਕਾਲੀ ਆਗੂ ਨੇ ਰਿਸ਼ਤੇਦਾਰੀਆਂ ਨਜ਼ਦੀਕੀ ਦਵਾਈਆਂ ਭੱਜਾਂ ਵਾਲੀਆਂ, ਉਹਨਾਂ ਲਿਸਟਾਂ ਕਿੰਨੀਆਂ ਵੱਡੀਆਂ ਨੇ। ਬਿਲਕੁਲ। ਤੇ ਇਸ ਕਰਕੇ ਹੁਣ ਇਹਨੂੰ ਇਹ ਕਹਿਣਾ ਵੀ ਆਮ ਆਦਮੀ ਪਾਰਟੀ ਖਿਲਾਫ ਗੁੱਸਾ ਹੈ, ਇਸ ਕਰਕੇ ਇਹ ਗੱਲ ਬਿਲਕੁਲ ਨਹੀਂ। ਕਿ ਪੰਜਾਬ ਦੇ ਵਿੱਚ ਇੱਕ ਸਮਾਂ ਸੀਗਾ ਜਦੋਂ ਲੋਕ ਠੇਕਿਆਂ ਦੇ ਉੱਤੇ, ਹਾਤਿਆਂ ਦੇ ਉੱਤੇ ਨਹੀਂ ਸੀ ਜਾਂਦੇ ਪੱਗਾਂ ਬੰਨ੍ਹ ਕੇ, ਭਾਵੇਂ ਲੁਕ ਛਿਪ ਕੇ ਪੀ ਲੈਂਦੇ ਸੀ। ਫਿਰ ਇੱਥੇ ਗੁਟਕਾ, ਬੀੜੀ, ਤੰਬਾਕੂ ਨਹੀਂ ਸੀ ਵਿਕਦਾ, ਉਹ ਹੌਲੀ ਹੌਲੀ ਵਿਕਣਾ ਸ਼ੁਰੂ ਹੋਇਆ। ਜੇ ਕੋਈ ਖਰੀਦਦਾ ਸੀ, ਸਿੱਖ ਦੇ ਸਾਹਮਣੇ ਨਹੀਂ ਸੀ ਖਰੀਦਦਾ, ਜੇ ਪੀਂਦਾ ਸੀ ਤਾਂ ਉਹਦੇ ਸਾਹਮਣੇ ਨਹੀਂ ਸੀ ਪੀਂਦਾ। ਹੁਣ ਤਾਂ ਗੱਲ ਬਾਅਦ ਚੋਂ ਕਰਦਾ, ਮੂੰਹ ਉੱਤੇ ਧੂੰਆਂ ਪਹਿਲਾਂ ਮਾਰਦਾ। ਕੀ ਗਿਰਾਵਟ ਤੇ ਇਹ ਨਿਘਾਰ, ਇਹ ਸਭ ਗੱਲਾਂ ਤੋਂ ਬਾਅਦ ਹੀ ਸ਼ੁਰੂ ਹੋ ਰਿਹਾ। ਇਹ ਜਿਹੜੇ ਆਪਾਂ ਆਪਣੇ ਸਿੱਖ ਦੇ ਕਿਰਦਾਰ ਦੀ, ਵਿਹਾਰ ਦੀ, ਉਹਦੇ ਵਿਚਾਰ ਦੀ ਗੱਲ ਕਰਦੇ ਆ, ਉਹਦੇ ਵਿੱਚ ਲਗਾਤਾਰ ਤਬਦੀਲੀ ਆ ਰੱਖੀ ਆ। ਮਾੜੀ ਗੱਲ ਇਹ ਹੈ ਕਿ ਤਬਦੀਲੀ ਆ ਜਿਹੜੀ ਇਹ ਨਾ ਪੱਖੀ ਜ਼ਿਆਦੇ ਆ। ਦੇਖੋ, ਤਬਦੀਲੀਆਂ ਆਉਂਦੀਆਂ ਹੁੰਦੀਆਂ ਨੇ,
ਸਮਾਜਿਕ ਜਾਬਤੇ 'ਚ ਵੀ ਤਬਦੀਲੀਆਂ ਆਉਂਦੀਆਂ ਨੇ, ਹੋਰ ਸਾਰੇ ਕਾਸੇ 'ਚ ਵੀ ਤਬਦੀਲੀਆਂ ਆਉਂਦੀਆਂ ਨੇ। ਇਹ ਦੱਸਣ ਤਾਂ ਸਹੀ ਨਾ ਜੀ। ਮੈਂ ਕਹਿੰਦਾ ਜੇ ਕਾਂਗਰਸ ਪਾਰਟੀ ਨੇ ਸਿਆਸੀ ਜ਼ੁਲਮ ਕੀਤੇ, ਸਾਰੇ ਕਾਂਗਰਸੀ ਆਗੂ ਤਾਂ ਦੁਸ਼ਮਣ ਨਹੀਂ ਬਣ ਗਏ ਸਿੱਖਾਂ ਦੇ। ਜੀ ਜੀ, ਉਹਨਾਂ ਦਾ ਦੂਜੀ ਕਿਰਦਾਰ ਵਿਹਾਰ ਨਹੀਂ ਬਣ ਗਿਆ। ਉਹ ਸਿੱਖ ਵੀ ਨੇ, ਬਹੁਤ ਅੰਮ੍ਰਿਤਧਾਰੀ ਵੀ ਨੇ, ਬਹੁਤ ਨਸ਼ਾ ਪੱਤਾ ਵੀ ਨਹੀਂ ਕਰਦੇ, ਦਰਬਾਰ ਸਾਹਿਬ ਵੀ ਜਾਂਦੇ ਨੇ, ਉਹਨਾਂ ਦਾ ਸਤਿਕਾਰ ਵੀ ਹੁੰਦਾ, ਉੱਥੇ ਜਾਇਆ ਵੀ ਜਾ ਸਕਦਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ। ਮੈਂ ਨਵਜੋਤ ਸਿੰਘ ਢਾਲੀਵਾਲ ਦੀ ਸਪੋਕਸਮੈਨ ਡਿਬੇਟ 'ਚ ਤੁਹਾਡਾ ਸਵਾਗਤ ਕਰਦਾ। ਜਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਗਏ ਰਾਘਵ ਚੱਡਾ ਪ੍ਰਨੀਤੀ ਚੋਪੜਾ ਦੇ ਮੰਗਣੇ ਵਾਲੇ ਸਮਾਗਮ 'ਚ ਤੇ ਹੋਇਆ ਵਿਰੋਧ ਤੇ ਵਿਵਾਦ ਦੇ ਵਿੱਚ ਤਰ੍ਹਾਂ ਦੀਆਂ ਟਿੱਪਣੀਆਂ ਹੋਈਆਂ, ਤਲਖ ਟਿੱਪਣੀਆਂ ਵੀ ਹੋਈਆਂ, ਭੱਦੀ ਸ਼ਬਦਾਵਲੀ ਵਰਤੀ ਗਈ, ਸਰਾਸਰ ਗਲਤ ਹੈ। ਪਰ ਗੱਲ ਇਹ ਹੈ ਕਿ ਜਾਣਾ ਚਾਹੀਦਾ ਸੀ ਜਾਂ ਨਹੀਂ ਜਾਣਾ ਚਾਹੀਦਾ ਸੀ, ਇਹ ਉਹਨਾਂ ਦਾ ਨਿੱਜੀ ਮੈਟਰ ਸੀ, ਉਹ ਗਏ। ਪਰ ਉਸ ਤੋਂ ਅੱਗੇ ਸਵਾਲ ਇਹ ਤੁਰਦਾ ਹੈ ਕਿ ਮਰਿਆਦਾ ਕੀ ਕਹਿੰਦੀ ਹੈ, ਸਿੱਖ ਸਿਧਾਂਤ ਕੀ ਕਹਿੰਦਾ ਹੈ, ਜਥੇਦਾਰ ਸਾਹਿਬ ਦਾ ਅਹੁਦਾ ਕੀ ਡਿਮਾਂਡ ਕਰਦਾ ਹੈ, ਔਰ ਇਤਿਹਾਸ ਦੇ ਵਿੱਚ ਇਸ ਬਾਬਤ ਉੱਠੀਆਂ ਜਿਹੜੀਆਂ ਗੱਲਾਂ ਸੀ ਕਿ ਉਹਨਾਂ ਦੇ ਉੱਤੇ ਸਹੀ ਪਾਈ ਗਈ ਹੈ। ਅੱਜ ਉਸ ਵਿਸ਼ੇ ਨੂੰ ਲੈ ਕੇ ਚਰਚਾ ਕਰਾਂਗੇ। ਪਰ ਉਸ ਤੋਂ ਪਹਿਲਾਂ ਇਸ ਮੌਕੇ ਪੰਜਾਬ ਦੇ ਵਜ਼ੀਰ ਕੀ ਕੁਝ ਕਹਿ ਰਹੇ ਆ, ਉਹ ਸੁਣਦੇ ਆ। ਮੈਂ ਸਮਝਦਾ ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਜਿਹੜੇ ਨੇ ਕਿ ਬੜੇ ਸਨਮਾਨ ਉੱਚ ਨੇ, ਕਿ ਉਹਨਾਂ ਦਾ ਬੜਾ ਅਹੁਦਾ, ਉਹਨਾਂ ਦੇ ਅਹੁਦੇ ਦੀ ਬੜੀ ਵੱਡੀ ਗਰਮਾ ਗੀ, ਉਹਨੂੰ ਅਕਾਲੀ ਦਲ ਠੇਸ ਨਾ ਪਹੁੰਚਾਵੇ, ਅਕਾਲੀ ਦਲ ਨੂੰ ਜਿਹੜਾ ਆਪਣੇ ਸਿਆਸੀ ਹਿੱਤਾਂ ਲਈ ਨਾ ਵਰਤੇ। ਅਕਾਲੀ ਦਲ ਨੂੰ ਤਾਂ ਕਈ ਠੇਸਾਂ ਪਹੁੰਚਣੀਆਂ, ਇਹ ਤਾਂ ਠੇਸ ਤੇ ਅਸਲੀ ਉਹਨਾਂ ਨੂੰ ਕੱਲ ਜਲੰਧਰ ਵਾਲੀ ਪਹੁੰਚੀ ਆ। ਜਥੇਦਾਰ ਸਾਹਿਬ ਯਾਰ ਗੱਲ ਇਹ ਆ, ਅਸੀਂ ਜਿਹੜੇ ਪੰਜਾਬੀ ਲੋਕ ਆ, ਸਿੱਖ ਲੋਕ ਆ, ਪੰਜਾਬੀ ਆ, ਹਿੰਦੂ ਆ, ਪੰਜਾਬ ਦਾ ਮੁਸਲਿਮ ਭਾਈਚਾਰਾ, ਕ੍ਰਿਸਚਨ ਭਾਈਚਾਰਾ, ਪਹਿਲਾਂ ਤਾਂ ਅਕਾਲੀਆਂ ਨੂੰ ਨਹੀਂ ਪਤਾ ਕਿ ਜਿਹੜਾ ਸਾਡਾ ਹਰਿਮੰਦਰ ਸਾਹਿਬ ਹੈ, ਦਰਬਾਰ ਸਾਹਿਬ, ਉਹਦੇ 4 ਦਰਵਾਜ਼ੇ। ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਨੇ ਕਿੱਥੇ ਜਾਣਾਗਾ, ਕਿੱਥੇ ਨਹੀਂ ਜਾਣਾ, ਇਹ ਉਹਨਾਂ ਨੇ ਖੁਦ ਤੈਅ ਕਰਨਾ ਗਾ। ਉਹ ਬਹੁਤ ਵੱਡੀ ਇੰਸਟੀਟਿਊਸ਼ਨ ਦੇ ਹੈਡ ਨੇਗੇ, ਸੋ ਉਹਨਾਂ ਦੀ ਜਿਹੜੀ ਆ ਗਰਮਾ ਨੂੰ ਨਾ ਘਟਾਵੇ। ਅਕਾਲੀ ਦਲ ਨੂੰ ਆਪਣੀ ਜਿਹੜੀ ਮਾੜੀ ਸਿਆਸੀ ਸੋਚ ਆ ਅਕਾਲੀ ਦਲ ਨੂੰ, ਉਹ ਤੋਂ ਗਰੇਜ਼ ਕਰਨਾ ਚਾਹੀਦਾ ਹੈ। ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਸਾਡੀ ਨੁਮਾਇੰਦਗੀ ਕਰਦੇ ਸਿੱਖ ਪੰਥ ਦੀ। ਦੂਜੀ ਗੱਲ ਹੈ ਕਿਸੇ ਦੀ ਵਿਆਹ ਸ਼ਾਦੀ, ਕਿਸੇ ਦਾ ਜੰਮਣਾ ਮਰਨਾ, ਕਿਸੇ ਦਾ ਭੋਗ, ਕਿਸੇ ਦੇ ਮੁੰਡੇ ਦਾ ਜਨਮ ਦਿਨ, ਕਿਸੇ ਦੀ ਕੁੜੀ ਦਾ ਜਨਮ ਦਿਨ, ਸਾਰੇ ਇਹ ਤਾਂ ਸਮਾਜਿਕ ਫੰਕਸ਼ਨ ਹੈ ਸਾਡੇ। ਜਥੇਦਾਰ ਸਾਹਿਬ ਗਏ ਆ ਤੇ ਮੈਂ ਤੇ ਜੀ ਆਇਆਂ ਕਹੂੰਗਾ, ਵੈਲਕਮ। ਉਹਨਾਂ ਵਧੀਆ ਕੀਤਾ ਰਾਘਵ ਚੱਡਾ ਜੀ ਦੇ ਜਾ ਕੇ, ਜੇ ਆਸ਼ੀਰਵਾਦ ਦਿੱਤਾ ਉਹ ਤਾਂ ਉਹਨਾਂ ਨੇ ਕੁਝ ਸਿੱਖਿਆ ਹੀ ਹੋਊਗਾ, ਐਡੇ ਵੱਡੇ ਜਾਂਦੇ ਆ। ਸੋ ਜਿਹੜੇ ਸਵਾਲ ਉੱਠ ਰਹੇ ਉਹਨਾਂ 'ਚੋਂ ਇਹ ਵੀ ਸਵਾਲ ਉੱਠੇ ਕਿ ਜਦੋਂ ਬੇਅਦਬੀਆਂ ਹੋਈਆਂ, ਜਦੋਂ ਸਿੱਖ ਮੁੰਡੇ ਮਾਰੇ ਗਏ ਜਾਂ ਸਿੱਖ ਮੁੰਡੇ ਫੜਾਏ ਗਏ, NSA ਲਾਏ ਗਏ, ਉਹਨਾਂ ਕੋਲ ਤੁਸੀਂ ਕਿਉਂ ਨਹੀਂ ਪਹੁੰਚ ਕਰਦੇ? ਇੱਥੇ ਪਹੁੰਚ ਕਰਨਾ ਕਿੰਨਾ ਜ਼ਰੂਰੀ ਹੈ? ਉਸ ਦੇ ਉੱਤੇ ਤਰ੍ਹਾਂ ਦੇ ਤਰਕ ਵਿਚਾਰ ਜਿਹੜੇ ਆ ਰਹੇ ਆ। ਉਸ ਤੋਂ ਇਲਾਵਾ ਖੇਮਕਰਨ ਤੋਂ ਵਿਧਾਇਕ ਨੇ ਸਰਵਣ ਸਿੰਘ ਧੁੰਨ, ਉਹ ਕੀ ਕਹਿ ਰਹੇ ਆ, ਸੁਣਦੇ ਆ। ਮੈਂ ਵਿਰਸਾ ਸਿੰਘ ਬਲਟੋਆ ਨੂੰ ਇਹ ਪੁੱਛਣਾ ਚਾਹੁੰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਨਿੱਜੀ ਪ੍ਰੋਗਰਾਮ ਦੇ ਵਿੱਚ ਰਾਘਵ ਚੱਡਾ ਜੀ ਦੀ ਮੰਗਣੀ ਸੀ, ਉੱਥੇ ਜਾ ਕੇ ਕੀ ਕੋਈ ਮਾੜਾ ਕੰਮ ਕਰਤਾ? ਜੇ ਉੱਥੇ ਰਾਘਵ ਚੱਡਾ ਜੀ ਦੇ ਮੰਗਣੀ ਦੇ ਜਥੇਦਾਰ ਸਾਹਿਬ ਗਏ ਹੈ, ਕੀ ਤੁਸੀਂ ਉਹ ਗੱਲ ਨੂੰ ਸਾਬਤ ਕਰ ਦਿੱਤਾ ਕਿ ਅਕਾਲੀ ਦਲ ਜਿਹੜਾ ਹੈ ਉਹ ਸਮਝਦਾ ਜੋ ਅਸੀਂ ਕਹੀਏ ਉਹ ਸਿੰਘ ਸਾਹਿਬ ਜਥੇਦਾਰ ਸਾਹਿਬ ਕਰਨ? ਪਰ ਮੈਂ ਆਪ ਜੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਹੈ, ਸਰਦਾਰ ਵਿਰਸਾ ਸਿੰਘ ਜੀ, ਜਥੇਦਾਰ ਸਾਹਿਬ ਸਾਡੀ ਕੌਮ ਦੇ ਜਥੇਦਾਰ ਆ, ਤੁਹਾਡੀਆਂ ਡਾਇਰੈਕਸ਼ਨਾਂ ਦੇ ਜਥੇਦਾਰ ਸਾਹਿਬ ਨਹੀਂ ਜਾਣਗੇ ਵੀ ਕਿਹਦੇ ਘਰ ਜਾਣਾ, ਕਿਹਦੇ ਘਰੇ ਨਹੀਂ ਜਾਣਾ। ਨਾਲੇ ਤੁਹਾਡੇ ਮਨ ਨੂੰ ਠੇਸ ਬੜੀ ਪਹੁੰਚੀ ਹੈ। ਠੇਸ ਤੁਹਾਡੇ ਮਨ ਨੂੰ ਉਦੋਂ ਤਾਂ ਪਹੁੰਚੀ ਨਹੀਂ ਜਦੋਂ ਤੁਸੀਂ DGP ਸੈਣੀ ਵਰਗੇ ਪੰਜਾਬ 'ਚ DGP ਲਾਉਂਦੇ ਰਹੇ ਹੋ। ਸਾਡੀ ਜਿਹੜੀ ਕੌਮ ਹੈ, ਤੁਸੀਂ ਨਾਲੇ ਕਹਿੰਦੇ ਹੋ ਮੈਂ ਇਤਿਹਾਸ ਬੜਾ ਪੜ੍ਹਿਆ, ਸਾਡੇ ਗੁਰੂ ਸਾਹਿਬਾਨਾਂ ਨੇ ਤੇ ਕਿਤੇ ਵੀ ਇਸ ਗੱਲ ਦੀ ਮਨਾਹੀ ਨਹੀਂ ਕੀਤੀ ਵੀ ਆਪਾਂ ਬਈ ਕਿਸੇ ਜਾਤ, ਕਿਸੇ ਧਰਮ ਜਾਂ ਆਪਾਂ ਕਿਸੇ ਨਾਲ ਆਪਾਂ ਵਰਤਣਾ ਨਹੀਂ ਜਾਂ ਆਪਾਂ ਕਿਸੇ ਨਾਲ ਮਿਲਣਾ ਨਹੀਂ। ਇਸ ਮੁੱਦੇ ਦੇ ਉੱਤੇ ਇੱਕ ਸਾਰਥਕ ਚਰਚਾ ਕਰਨ ਦਾ ਮਨ ਬਣਾਇਆ। ਸਾਡੇ ਨਾਲ ਸਿਆਸੀ ਮਾਹਰ ਮਾਲਵਿੰਦਰ ਮਾਲੀ ਸਾਹਿਬ ਜੁੜਿਆ। ਮਾਲੀ ਸਾਹਿਬ, ਤੁਹਾਡਾ ਇਸ ਚਰਚਾ 'ਚ ਸਵਾਗਤ ਹੈ। ਔਰ ਨਾਲ ਹੀ ਸਾਡੇ ਨਾਲ SGPC ਤੋਂ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਸਾਹਿਬ ਜੁੜਿਆ। ਗਰੇਵਾਲ ਸਾਹਿਬ, ਤੁਹਾਡਾ ਵੀ ਇਸ ਚਰਚਾ ਦੇ ਵਿੱਚ ਸਵਾਗਤ ਹੈ। ਜੀਓ ਆਇਆਂ ਨੂੰ। ਸਭ ਤੋਂ ਪਹਿਲਾਂ ਗਰੇਵਾਲ ਸਾਹਿਬ, ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਜਥੇਦਾਰ ਸਾਹਿਬ ਦਾ ਰਾਘਵ ਚੱਡਾ ਤੇ ਪ੍ਰਨੀਤੀ ਚੋਪੜਾ ਨਾਲ ਹੋਈ ਮੰਗਣੀ ਸਮਾਗਮ ਦੇ ਵਿੱਚ ਜਾਣਾ ਵਿਵਾਦ
ਤੇ ਵਿਰੋਧ ਦਾ ਕਾਰਨ ਕਿਉਂ ਬਣਿਆ? ਕੀ ਇਹ ਬਣਨਾ ਚਾਹੀਦਾ ਸੀ, ਜਾਣਾ ਚਾਹੀਦਾ ਸੀ ਜਾਂ ਨਹੀਂ ਜਾਣਾ ਚਾਹੀਦਾ ਸੀ? ਮਰਿਆਦਾ ਕੀ ਕਹਿੰਦੀ ਆ? ਦੇਖੋ ਜੀ, ਮੈਨੂੰ ਪਹਿਲਾਂ ਇਸ ਵਿਸ਼ੇ ਦਾ ਪਤਾ ਨਹੀਂ ਸੀ ਜੀ, ਕਿਉਂਕਿ ਜਥੇਦਾਰ ਸਾਹਿਬ ਦਾ ਰੁਤਬਾ ਜਿਹੜਾ ਬੜਾ ਸਤਿਕਾਰਤਾ। ਮੈਂ ਤਾਂ ਘੱਟੋ ਘੱਟ ਇਸ ਮਾਮਲੇ ਦੇ ਵਿੱਚ ਜਥੇਦਾਰ ਸਾਹਿਬ ਬਾਰੇ ਜੇ ਕੋਈ ਮੇਰੇ ਮਨ ਦੇ ਅੰਦਰ ਵਿਚਾਰ ਹੋਣਗੇ, ਉਹਨਾਂ ਦੀ ਰਿਸਪੈਕਟ ਨੂੰ ਮੱਦੇਨਜ਼ਰ ਰੱਖਦੇ ਆ, ਤਾਂ ਮੈਂ ਉਹ ਕਿਸੇ ਪਲੇਟਫਾਰਮ ਤੇ ਮੀਡੀਆ ਦੇ ਜਾਂ ਇਲੈਕਟ੍ਰੋਨਿਕ ਮੀਡੀਆ ਤੇ ਨਹੀਂ ਜਾਵਾਂਗਾ ਜੀ। ਸੋ ਇਸ ਬਹਿਸ ਦੇ ਵਿੱਚ ਜਥੇਦਾਰ ਸਾਹਿਬ ਹੀ ਦੱਸ ਸਕਦੇ ਨੇ, ਮੇਰੇ ਮਨ ਦੇ ਲਈ ਉਹ ਕੌਮ ਦੇ ਜਥੇਦਾਰ ਨੇ ਜੀ। ਜੇ ਕਿਸੇ ਨੇ ਕਿਹਾ ਤਾਂ ਉਹਨਾਂ ਦਾ ਆਪਣਾ ਵਿਚਾਰ ਹੋ ਸਕਦਾ ਜੀ। ਜੋ ਹਰ ਬੰਦਾ ਆਪੋ ਆਪਣੇ ਵਿਚਾਰ ਦੇਣ ਲਈ ਸਮਰੱਥ ਹੈ, ਪਰ ਮੈਂ ਆਪਣੀ ਇੱਕ ਮਰਜ਼ਾਦਾ, ਮੈਂ ਇਹਨੂੰ ਮਰਜ਼ਾਦਾ ਕਹਾਂਗਾ ਕਿ ਮੈਂ ਜਥੇਦਾਰ ਸਾਹਿਬ ਦੇ ਉਸ ਵਿਸ਼ੇ ਤੇ ਟਿੱਪਣੀ ਨਹੀਂ ਕਰਾਂਗਾ, ਕਿਉਂਕਿ ਜਿਹੜੀ ਸਿੱਖਾਂ ਦੀ ਬੜੀ ਇਹ ਸਨਮਾਨਯੋਗ ਚਲੋ ਜਿਹੜੀ ਉਹ ਚੰਗੀ ਗੱਲ ਹੈ ਕਿ ਤੁਸੀਂ ਕਹਿੰਦੇ ਹੋ ਕਿ ਤੁਸੀਂ ਟਿੱਪਣੀ ਨਹੀਂ ਕਰੋਗੇ, ਪਰ ਜਿਹੜੇ ਟਿੱਪਣੀ ਕਰ ਰਹੇ ਆ ਉਹਨਾਂ ਬਾਰੇ ਕੀ ਕਹੋਗੇ? ਪਹਿਲਾ ਸਵਾਲ। ਦੂਜਾ ਸਵਾਲ, ਕਿ ਇਸ ਤੋਂ ਪਹਿਲਾਂ ਵੀ ਕੋਈ ਹੋਰ ਜਥੇਦਾਰ ਸਾਹਿਬਾਨ ਇਸ ਤਰੀਕੇ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰਦੇ ਰਹੇ, ਹਾਜ਼ਰੀ ਭਰਦੇ ਰਹੇ? ਦੇਖੋ, ਜਿਹੜਾ ਮੇਨ ਮੁੱਦਾ ਜਿਹੜਾ ਆਵਾਮ ਦੇ ਅੰਦਰ ਇਸ ਗੱਲ ਦਾ ਥੋੜਾ ਜਿਹਾ ਰੋਸ ਆ, ਉਹ ਇਹ ਹੈ ਕਿ ਜਥੇਦਾਰ, ਭਾਵੇਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਰਿਆਂ ਦੇ ਸਾਂਝੇ ਆ, ਜਿਹੜੀ ਉਹਨਾਂ ਦੀ ਬੇਟੀ ਦੇ ਬਾਰੇ ਚ ਬੇਹੂਦਾ ਟਿੱਪਣੀ ਕੀਤੀ ਗਈ, ਉਸਦੇ ਮੈਂ ਡਟ ਕੇ ਖਿਲਾਫ ਹਾਂ ਜੀ। ਔਰ ਘੱਟੋ ਘੱਟ ਸਿੱਖ ਪਲੇਟਫਾਰਮ ਤੇ ਆਪਣੇ ਆਪ ਨੂੰ ਸਿੱਖ ਵਿਚਾਰਧਾਰਾ ਨਾਲ ਸੰਬੰਧਿਤ ਹੋਣ ਵਾਲੇ ਲੋਕ ਜਿਹੜੇ ਆ, ਉਹ ਭਾਵੇਂ ਕੋਈ ਵੀ ਔਰਤ ਕਿਉਂ ਨਾ ਹੋਵੇ, ਮੈਂ ਔਰਤ ਦਾ ਸਤਿਕਾਰ ਕਰਨਾ ਜਿਹੜਾ ਸਾਡੇ ਧਰਮ ਵਿੱਚ ਸਿਖਾਇਆ ਜਾਂਦਾ, ਤੇ ਭਾਵੇਂ ਉਹ ਕਿਸੇ ਨੂੰ ਨਹੀਂ ਸੀ ਪਤਾ ਕਿ ਉਹ ਬੇਟੀ ਹੈ ਜਥੇਦਾਰ ਸਾਹਿਬ ਦੀ, ਉਹ ਇੱਕ ਬਹੁਤ ਸ਼ਰਮਨਾਕ ਤੇ ਮਾੜੀ ਗੱਲ ਹੈ। ਇਸ ਗੱਲ ਦੀ ਟਿੱਪਣੀ ਮੈਂ ਕਰ ਸਕਦਾ। ਠੀਕ ਹੈ। ਰਹੀ ਗੱਲ ਜੀ, ਦੇਖੋ, ਇਹਦੇ ਪਿੱਛੇ ਜਿਹੜਾ ਕਾਰਨ ਬਣਿਆ, ਉਹ ਮੈਨੂੰ ਲੱਗਦਾ ਵੀ ਟਿੱਪਣੀ ਕਰਨ ਵਾਲਿਆਂ ਦੇ ਹੋ ਸਕਦਾ ਵੀ ਜਥੇਦਾਰ ਸਾਹਿਬ ਪ੍ਰਤੀ ਚੰਗੀ ਭਾਵਨਾ ਹੋਵੇ, ਪਰ ਉਹ ਅੱਜ ਦੇ ਸਮੇਂ ਦੇ ਹਾਲਾਤਾਂ ਦੇ ਮੁਤਾਬਕ ਜਿਵੇਂ ਆਮ ਤੌਰ ਤੇ ਆਦਤ ਬਣ ਗਈ ਆ ਕਿ ਹਰ ਗੱਲ ਨੂੰ ਆਪਾਂ ਮੀਡੀਆ ਦੇ ਵਿੱਚ ਲਿਆ ਕੇ ਤੇ ਉਹਦੀ ਪੁਣਛਾਣ ਕਰਨ ਲੱਗ ਜਾਂਦੇ ਆ, ਕੱਪਛਾਣ ਕਰਨ ਲੱਗ ਜਾਂਦੇ ਆ। ਇਹ ਚੀਜ਼ ਜਿਹੜੀ ਆ, ਜਥੇਦਾਰ ਸਾਹਿਬ ਕੁਝ ਜਿਹੜੇ ਰੁਤਬੇ ਐਸੇ ਨੇ ਜਿਨ੍ਹਾਂ ਤੇ ਸਾਨੂੰ ਨਹੀਂ ਕਰਨੀ ਚਾਹੀਦੀ। ਜਿਹੜੀ ਰਹੀ ਗੱਲ ਕਾਰਨ ਬਣਿਆ, ਜੋ ਮੈਂ ਭਾਵਨਾ ਸੁਣ ਰਿਹਾ, ਕਿਉਂਕਿ ਮੈਂ ਵੀ ਇਸ ਗੱਲ ਦੇ ਵਿੱਚ ਸ਼ਾਮਲ ਹਾਂ ਕਿ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਮੇਰੇ ਨਾਲ ਵੀ ਇਸ ਗੱਲ ਦੀ ਵਿਚਾਰ ਕੀਤੀ ਆ, ਜਥੇਦਾਰ ਸਾਹਿਬ ਨਾਲ ਮੈਂ ਵੀ ਕੀਤੀ ਆ। ਬਹੁਤ ਸਾਰੇ ਮੇਰੇ ਮਨ ਦੇ ਵਲਵਲੇ ਵੀ ਹੋਣਗੇ ਜਿਹੜੇ ਮੈਂ ਉਹਨਾਂ ਨਾਲ ਸਾਂਝੇ ਕੀਤੇ ਆ, ਉਹਦੇ ਵਿੱਚ ਕੁਝ ਪੋਜ਼ਿਟਿਵ ਹੋਣਗੇ, ਕੁਝ ਨੈਗੇਟਿਵ ਵੀ ਹੋਣਗੇ। ਮਸਲਾ ਕੀ ਹੈ ਕਿ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ, ਜਥੇਦਾਰ ਸਾਹਿਬ ਦਾ ਜਾਣਾ ਆਪਣਾ ਨਿੱਜੀ ਫੈਸਲਾ, ਉਹ ਇਸ ਗੱਲ ਨੂੰ ਬਖੂਬੀ ਜਸਟੀਫਾਈ ਕਰ ਸਕਦੇ ਆ ਕਿ ਮੈਂ ਕਿੱਦਾਂ ਗਿਆ, ਕਿਵੇਂ ਗਿਆ, ਕਿੱਥੇ ਗਿਆ, ਉੱਥੇ ਕੀ ਸੀ, ਇਹ ਉਹੀ ਦੱਸਣਗੇ। ਪਰ ਮੈਂ ਇਹ ਗੱਲ ਕਰਦਾ ਕਿ ਜਿਹੜਾ ਵਿਚਾਰ ਉੱਠਿਆ, ਜਿਹੜਾ ਇਸ ਤਰ੍ਹਾਂ ਦਾ ਕਹਿੰਦੇ ਦਾ ਵਿਰੋਧ ਉੱਠਿਆ, ਉਹਦਾ ਕਾਰਨ ਹੈ। ਉਹਦਾ ਕਾਰਨ ਕੀ ਹੈ ਕਿ ਇਹ ਜਿਹੜੇ ਆਮ ਆਦਮੀ ਦਾ ਜਿਹੜਾ ਸਿੱਖਾਂ ਦੇ ਪ੍ਰਤੀ ਨਜ਼ਰੀਆ ਪਿਛਲੇ ਲੰਬੇ ਸਮੇਂ ਤੋਂ ਉਹ ਬੜਾ ਚੰਗਾ ਨਹੀਂ ਰਿਹਾ, ਤੇ ਦੂਜਾ ਪੱਖ ਇਹਦੇ ਚ ਜਿਹੜੇ ਸਿੰਘ ਸਾਹਿਬ ਵੱਲੋਂ ਪਿਛਲੇ ਸਮੇਂ ਦੇ ਅੰਦਰ ਸਿੱਖਾਂ ਦੇ ਮਾਮਲਿਆਂ ਚ, ਸਿੱਖ ਵਿਚਾਰਧਾਰਾ ਚ ਜਿਹੜੀ ਸ਼ਾਖ ਪਿਛਲੇ ਸਮੇਂ ਕਿਸੇ ਕਾਰਨ ਕਰਕੇ ਕੋਈ ਸ਼ਾਖ ਜਿਹੜੀ ਆ, ਮੈਂ ਉਹਨੂੰ ਡਿੱਗੀ ਤਾਂ ਨਹੀਂ ਕਹਿ ਸਕਦਾ, ਉਹਨੂੰ ਧੱਕਾ ਜ਼ਰੂਰ ਲੱਗਾ ਸੀ, ਉਹਨੂੰ ਮੁੜ ਤੋਂ ਬਹਾਲ ਕੀਤਾ। ਸੋ ਇੱਕ ਐਸੀ ਸ਼ਖਸੀਅਤ, ਠੀਕ ਹੈ। ਹਾਂ, ਤੁਸੀਂ ਕਿਹਾ ਕਿ ਤੁਹਾਡੀ ਜਥੇਦਾਰ ਸਾਹਿਬ ਨਾਲ ਇਸ ਵਿਸ਼ੇ ਤੇ ਗੱਲ ਵੀ ਹੋਈ ਹੈ, ਗੱਲ ਕੀ ਹੋਈ, ਤੁਸੀਂ ਗੱਲ ਦੱਸ ਸਕਦੇ ਹੋ? ਨਹੀਂ, ਚਲੋ ਮੈਂ ਆਪਣੀ ਨਿੱਜੀ ਉਹਨਾਂ ਨਾਲ ਜੋ ਮੈਂ ਮਹਿਸੂਸ ਕੀਤਾ ਉਹਨਾਂ ਨਾਲ ਕੀਤੀ ਸੀ, ਮੈਂ ਨਹੀਂ ਕਰਨਾ ਚਾਹੁੰਦਾ, ਮੈਂ ਤੁਹਾਨੂੰ ਫਿਰ ਇਹ ਕਹਿਣਾ, ਮੈਂ ਤਾਂ ਕਹਿੰਦਾ ਵੀ ਜਿਹੜੀ ਇਹ ਗੱਲ ਉੱਠ ਰਹੀ ਹੈ ਉਹਦੇ ਚ ਕਾਰਨ ਹੈ ਕਿ ਇੱਕ ਪਾਸੇ ਤਾਂ ਆਮ ਆਦਮੀ ਦੀ ਸਿੱਖਾਂ ਪ੍ਰਤੀ ਬਹੁਤ ਮਾੜਾ ਨਜ਼ਰੀਆ, ਦੂਸਰੇ ਪਾਸੇ ਜਥੇਦਾਰ ਸਾਹਿਬ ਤੋਂ ਬਹੁਤ ਵੱਡੀਆਂ ਆਸਾਂ ਨੇ ਤੇ ਸਿੱਖ ਆਵਾਮ ਜਿਹੜਾ ਉਹਨਾਂ ਦਾ ਸਤਿਕਾਰ ਕਰਦਾ। ਇਸ ਗੱਲ ਦੇ ਵਿੱਚ ਥੋੜਾ ਜਿਹਾ ਸਿੱਖ ਭਾਵਨਾਵਾਂ ਦੇ ਵਿੱਚ ਥੋੜਾ ਜਿਹਾ ਮਨ ਚ ਰੋਸ ਜ਼ਰੂਰ ਆਇਆ। ਠੀਕ ਹੈ। ਮਾਲਵਿੰਦਰ ਸਿੰਘ ਮਾਲੀ ਸਾਹਿਬ ਵੀ ਜੁੜੇ ਹੋਏ ਆ, ਮੈਂ ਚਾਹੁੰਦਾ ਕਿ ਆਪਾਂ ਇਸ ਚਰਚਾ ਨੂੰ ਜਾਰੀ ਰੱਖੀਏ, ਪਰ ਉਹਨਾਂ ਦੇ ਵਿਚਾਰ ਵੀ ਜ਼ਰੂਰ ਲਈਏ ਕਿਉਂਕਿ ਉਹ ਸਿਆਸੀ ਚਿੰਤਕ ਵੀ ਨੇ, ਵਿਸ਼ਲੇਸ਼ਣ ਵੀ ਕਰਦੇ ਆ। ਗਰੇਵਾਲ ਸਾਹਿਬ, ਜਿਹੜੀ ਤੁਸੀਂ ਗੱਲ ਕਹਿ ਰਹੇ ਸੀਗੇ ਕਿ ਠੇਸ ਪਹੁੰਚੀ ਹੈ, ਦੂਸਰੀ ਗੱਲ ਇਹ ਕਿ ਜਿਹੜੀ ਤੁਸੀਂ ਗੱਲ ਆਖੀ ਹੈ ਕਿ ਜੋ ਭਾਵਨਾਵਾਂ ਆਮ ਆਦਮੀ ਪਾਰਟੀ ਦੇ ਪ੍ਰਤੀ ਨੇ ਉਸ ਨੂੰ ਦੇਖਦੇ ਹੋਏ ਜਿਹੜਾ ਹੈ ਉਹ ਮਸਲਾ ਵਿਚਾਰਨਾ ਚਾਹੀਦਾ ਸੀ, ਕਿਉਂਕਿ ਆਮ ਆਦਮੀ ਪਾਰਟੀ ਦੇ ਪ੍ਰਤੀ ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਦੀਆਂ ਭਾਵਨਾਵਾਂ ਉਸ ਤਰੀਕੇ ਦੀਆਂ ਨਹੀਂ ਹਨ। ਪਰ ਇਸ ਤੋਂ ਪਹਿਲਾਂ ਚਰਨਜੀਤ ਚੰਨੀ ਹੋਰਾਂ ਦੇ ਬੇਟੇ ਦੇ ਵਿਆਹ 'ਚ ਵੀ ਗਏ ਸੀਗੇ ਜਥੇਦਾਰ ਸਾਹਿਬ, ਉਹਦਾ ਕੀ ਜਵਾਬ ਹੈ? ਜੀ, ਮੈਂ ਤਾਂ ਫਿਰ ਇਹ ਕਹਿਣਾ ਕਿ ਇਹ ਜਾਣਾ ਨਾ ਜਾਣਾ ਜਥੇਦਾਰ ਸਾਹਿਬ ਦਾ ਆਪਣਾ ਉਹਨਾਂ ਦਾ ਮਤ ਹੈ,
ਉਹ ਗਏ ਆ ਉਹਦੇ ਬਾਰੇ ਉਹੀ ਦੱਸ ਸਕਦੇ ਆ। ਮੈਂ ਜਿਹੜਾ ਨਜ਼ਰੀਆ ਸੰਗਤ ਦੇ ਵਿੱਚ, ਲੋਕਾਂ ਦੇ ਵਿੱਚ, ਆਵਾਮ ਦੇ ਵਿੱਚ ਹੈ, ਜੋ ਪਿਛਲੇ ਦਿਨਾਂ 'ਚ ਅੰਮ੍ਰਿਤਪਾਲ ਦੇ ਮਾਮਲੇ ਦੇ ਵਿੱਚ ਜੋ ਕੁਛ ਸਥਿਤੀ ਉਤਪੰਨ ਹੋਈ ਜਾਂ ਰੋਸ ਪ੍ਰਗਟ ਹੋਇਆ, ਦੇਖੋ ਸਾਨੂੰ, ਮੈਂ ਇੱਕ ਦੇਸ਼ ਦਾ ਸਭ ਤੋਂ ਵੱਡਾ ਕੇਸ ਬੇਜਿੰਗ ਵਾਰ ਜਿਹੜਾ 84 ਜੂਨ ਦਾ ਕੇਸ ਸੀ, ਉਸ ਕੇਸ ਨੂੰ ਮੈਂ ਭੁਗਤਿਆ। ਉਸ ਕੇਸ ਦੇ ਵਿੱਚ ਸਾਨੂੰ NSA ਵਗੈਰਾ ਲੱਗੀ ਤੇ ਜਾਂ ਜੋਧਪੁਰ ਦੀਆਂ ਜੇਲ੍ਹਾਂ ਵਿੱਚ ਵੀ ਗਏ, ਬਹੁਤ ਵੱਡੀ ਗੱਲ ਸੀ। ਤੇ ਅੱਜ ਦੇ ਸਮੇਂ ਦੇ ਅੰਦਰ ਜੋ ਹਾਲਾਤ ਪੰਜਾਬ ਦੇ ਅੰਦਰ ਪੈਦਾ ਹੋਏ, ਭਾਵੇਂ ਕਿ ਦਿੱਲੀ ਦੀ ਸਰਕਾਰ ਦੇ ਵੱਲੋਂ ਇਸ ਗੱਲ ਦਾ ਥਾਪੜਾ ਸੀ ਤੇ ਪੰਜਾਬ ਦੀ ਸਰਕਾਰ ਨੇ ਉਸ ਗੱਲ ਦੇ ਵਿੱਚ ਸਿੱਖਾਂ ਲਈ ਇੱਕ ਦਮਨ ਚੱਕਰ ਜਿਹੜਾ ਚਲਾਇਆ, ਉਹਦੇ ਵਿੱਚ ਪੂਰਨ ਤੌਰ ਤੇ ਸ਼ਾਮਲ ਹੋਏ ਤੇ ਦਿਖਾਈ ਦਿੱਤੇ। ਤੇ ਉਹਦੇ ਵਿੱਚ ਜਿਹੜੇ ਭਾਵੇਂ ਅੰਮ੍ਰਿਤਪਾਲ ਦਾ ਕੋਈ ਮੈਂ ਬਹੁਤ ਵੱਡਾ ਪ੍ਰਸ਼ੰਸਕ ਜਾਂ ਉਹਦੀ ਹਰ ਗੱਲ ਦੀ ਹਮਾਇਤ ਨਹੀਂ ਕਰ ਸਕਦਾ ਹੋਊਗਾ, ਜਿਹੜੀਆਂ ਗੱਲਾਂ ਉਹਨਾਂ ਨੇ, ਪਰ ਗਰੇਵਾਲ ਸਾਹਿਬ ਉਹੀ ਤਾਂ ਮੈਂ ਗੱਲ ਕਹਿ ਰਿਹਾ ਵੀ ਜਿਹੜੀਆਂ ਗੱਲਾਂ, ਗਰੇਵਾਲ ਸਾਹਿਬ ਜਿਹੜੀਆਂ ਗੱਲਾਂ, ਮੇਰੀ ਗੱਲ ਪੂਰੀ ਕਰੋ ਜੀ। ਮਤਲਬ ਕਿ ਵੀ ਉਦੋਂ ਜਿਹੜਾ ਇੱਥੇ ਚੱਕਰ ਚੱਲਿਆ, ਉਹ ਸਾਰੇ ਪੰਜਾਬ ਦੇ ਅੰਦਰ ਜਿਹੜੇ ਸਿੱਖਾਂ ਦੇ ਵਿੱਚ ਵੱਡਾ ਰੋਸ ਹੈ, ਕਿਉਂਕਿ ਨੌਜਵਾਨਾਂ ਨੂੰ ਦਹਿਸ਼ਤ ਪਾਈ ਗਈ, ਫੜਿਆ ਗਿਆ, ਅੰਦਰ ਕੀਤਾ ਗਿਆ, ਬੜਾ ਕੀ ਨਾਮ ਡਿਬੜੂਗੜ੍ਹ ਜੇਲ੍ਹ ਵਿੱਚ ਭੇਜੇ ਗਏ। ਤੀਸਰਾ ਜਿਹੜਾ ਕੇਜਰੀਵਾਲ ਵੱਲੋਂ ਵੋਟਾਂ ਵੇਲੇ ਜ਼ਰੂਰ ਇਹ ਗੱਲ ਕਹੀ ਜਾਂਦੀ ਰਹੀ ਕਿ ਸਿੱਖਾਂ ਦੇ ਦਵਿੰਦਰਪਾਲ ਸਿੰਘ ਭੁੱਲਰ ਦਾ ਮਸਲਾ ਵਾ। ਤਾਂ ਉਸ ਮਾਮਲੇ ਦੇ ਵਿੱਚ ਜਿਹੜੀ ਇਹ ਗੱਲ ਸਾਹਮਣੇ ਆਈ ਕਿ ਸਿੱਖਾਂ ਦੇ ਵਿੱਚ ਰੋਸ ਆ, ਉਹ ਭਾਵੇਂ ਕਿ ਸਿੰਘ ਸਾਹਿਬ ਦਾ ਜਾਤੀ ਮਸਲਾ ਵਾ, ਉਹ ਉੱਥੇ ਗਏ ਨੇ, ਉਹ ਇਹਨੂੰ ਕੋਈ ਮਰਿਆਦਾ ਦੇ ਵਿੱਚ ਬੰਨਣ ਦੀ ਗੱਲ ਨਹੀਂ ਮੈਂ ਕਹਿ ਸਕਦਾ, ਪਰ ਜਿਨ੍ਹਾਂ ਨੇ ਰੋਸ ਪ੍ਰਗਟ ਕੀਤਾ ਉਹਨਾਂ ਦੀ ਸਾਈਕੀ ਜਿਹੜੀ ਆ, ਪਰ ਮਰਿਆਦਾ ਤਾਂ ਹੋਏਗੀ ਨਾ, ਬਿਨਾਂ ਮਰਿਆਦਾ ਤੋਂ ਤਾਂ ਪੰਥ ਨਹੀਂ ਚੱਲ ਰਿਹਾ ਹੈ। ਮਾਲੀ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ, ਆਵਾਜ਼ ਆ ਰਹੀ ਹੈ ਮਾਲੀ ਸਾਹਿਬ? ਨਹੀਂ, ਮੈਨੂੰ ਤੁਹਾਡੀ ਲਾਈਨ ਮੈਨੂੰ ਤਾਂ ਆ ਰਹੀ ਹੈ ਤੁਹਾਡੀ। ਜੀ ਮੈਨੂੰ ਆ ਗਈ ਤੁਹਾਡੀ। ਮਾਲਵਿੰਦਰ ਸਾਹਿਬ, ਮੈਂ ਸਵਾਲ ਜਿਹੜਾ ਤੁਹਾਨੂੰ ਪਹਿਲਾਂ ਇਹ ਪਾਇਆ ਸੀ ਵੀ ਇਹਨੂੰ ਜਿਹੜਾ ਜਿਵੇਂ ਸਿਆਸੀ ਪ੍ਰਿਜ਼ਮ ਚੋਂ ਵੇਖਿਆ ਜਾ ਰਿਹਾ ਹੈ ਔਰ ਜਿਹੜੇ ਮੰਤਵ ਮਕਸਦ ਇਹਦੇ ਕੱਢੇ ਜਾ ਰਹੇ ਆ, ਉਹਦੇ ਬਾਰੇ ਤੁਹਾਡਾ ਕੀ ਇਹਦੇ ਉੱਤੇ ਵਿਸ਼ਲੇਸ਼ਣ ਹੋਊਗਾ? ਦੇਖੋ ਜੀ, ਕੋਈ ਇਸ ਦੇ ਮੰਤਵ ਕੀ ਕੱਢਦਾ, ਇਹ ਤਾਂ ਉਹਦਾ ਆਪਣਾ ਨਜ਼ਰੀਆ, ਆਪਣੀ ਸੋਚ ਆ ਜੀ, ਪਰ ਸਾਨੂੰ ਇਹ ਸਪਸ਼ਟ ਹੋਣਾ ਚਾਹੀਦਾ ਹੈ ਕਿ ਸਵਾਲ ਬਹੁਤ ਵੱਡਾ ਤੇ ਗੰਭੀਰ ਆ ਜੀ। ਤੁਹਾਨੂੰ ਯਾਦ ਹੋਣਾ ਚਾਹੀਦਾ ਜਦੋਂ 1982 ਚ ਧਰਮ ਯੁੱਧ ਮੋਰਚਾ ਲੱਗਿਆ ਸੀ, ਉਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਇੱਕ ਵੱਖਰੇ ਨੁਕਤੇ ਤੋਂ ਇਸ ਮੋਰਚੇ 'ਚ ਸ਼ਾਮਲ ਹੋਏ ਸੀ ਜੀ। ਤੇ ਹੁਣ ਤੱਕ ਸਿਆਸੀ ਤੇ ਧਾਰਮਿਕ ਲੀਡਰਸ਼ਿਪ ਨੂੰ ਸਫਲਤਾ ਇਸ ਕਰਕੇ ਨਹੀਂ ਮਿਲ ਰਹੀ ਕਿ ਉਹ ਸਿੱਖੀ ਸਿਧਾਂਤਾਂ ਤੋਂ, ਸਿੱਖੀ ਆਚਾਰ ਵਿਹਾਰ ਤੋਂ ਪੂਰੇ ਨਹੀਂ ਉਤਰ ਰਹੇ, ਖਰੇ ਨਹੀਂ ਉਤਰਦੇ। ਕਦੇ ਮੋਰਚਾ ਲਾਉਂਦੇ ਨੇ, ਵਾਪਸ ਲੈ ਲੈਂਦੇ ਨੇ, ਮਰਨ ਵਰਤ ਰੱਖਦੇ ਨੇ, ਵਾਪਸ ਲੈ ਲੈਂਦੇ ਨੇ। ਉਸ ਸਮੇਂ ਦੇ ਦੌਰਾਨ ਵੀ ਜਦੋਂ ਉਹਨਾਂ ਦੀ ਟੋਕਾ ਟਾਕੀ ਹੋਈ ਸੀ, ਉਹਨਾਂ ਨੇ ਇੱਕ ਸਵਾਲ ਉਠਾਇਆ ਸੀ ਜੀ ਕਿ ਸਾਡੇ ਤਖਤ ਸਾਹਿਬਾਨ ਦੇ ਜਥੇਦਾਰ, ਸੀ ਆਗੂਆਂ ਦੇ, ਅਕਾਲੀ ਆਗੂਆਂ ਦੇ ਜਿਹੜੇ ਧੀਆਂ ਪੁੱਤ ਨੇ, ਜਿਹੜੇ ਸਾਬਤ ਸੂਰਤ ਵੀ ਹੈ ਨਹੀਂ, ਜਿਹੜੇ ਅੰਮ੍ਰਿਤਧਾਰੀ ਵੀ ਹੈ ਨਹੀਂ, ਉਹਨਾਂ ਦੇ ਆਨੰਦ ਕਾਰਜ ਜਾ ਕੇ ਕਰਾਉਂਦੇ ਨੇ ਜੀ। ਦੱਸੋ ਇਹ ਕਿਹੜੀ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਹੋਇਆ? ਸੋ ਉਦੋਂ ਵੀ ਇਹ ਸਵਾਲ ਸੀ ਜਿਹੜਾ ਵੀ ਤਖਤਾਂ ਦੇ ਉਹਨਾਂ ਦਾ ਕਿਰਦਾਰ ਤੇ ਵਿਹਾਰ ਕੀ ਹੋਣਾ ਚਾਹੀਦਾ, ਉਦੋਂ ਵੀ ਉਹਨਾਂ ਨੇ ਸਵਾਲ ਵਾਰ-ਵਾਰ ਉਠਾਇਆ ਸੀ ਜੀ ਜੀ ਜੀ। ਸੋ ਹੁਣ ਜਥੇਦਾਰ ਸਾਹਿਬਾਨ ਵੱਲੋਂ ਦੇਖੋ, ਪਹਿਲਾਂ ਚੰਨੀ ਸਾਹਿਬ ਦੇ ਬੇਟੇ ਦੀ ਸ਼ਾਦੀ ਤੇ ਚਲੇ ਗਏ ਸੀ, ਜੇ ਤਾਂ ਇਹਨਾਂ ਨਾਲ ਕਿਸੇ ਦੀ ਨਿੱਜੀ ਰਿਸ਼ਤੇਦਾਰੀ ਆ, ਇਹਨਾਂ ਦੇ ਪਰਿਵਾਰਕ ਸੰਬੰਧ ਨੇ, ਉੱਥੇ ਗੱਲਾਂ ਸਮਝ ਆਉਂਦੀਆਂ ਜੀ, ਜਾਣ ਆਉਂਦੀਆਂ, ਪਰ ਜਿੱਥੇ ਇਹੋ ਜਿਹਾ ਕੋਈ ਸੰਬੰਧ ਹੈ ਨਹੀਂ, ਇਹ ਆਪਣੇ ਰੁਤਬੇ ਕਰਕੇ ਜਾਂਦੇ ਨੇ ਜੀ, ਕਿਸੇ ਵੀ ਸਮਾਗਮ, ਕਿਸੇ ਵੀ ਤਰ੍ਹਾਂ, ਉੱਥੇ ਫਿਰ ਜਿਹੜੀ ਸਿੱਖੀ ਰਹਿਤ ਮਰਿਆਦਾ, ਮਾਣ ਮਰਿਆਦਾ, ਸਿੱਖੀ ਆਚਾਰ ਤੇ ਵਿਹਾਰ ਆ, ਉਹਨੂੰ ਬੁਲੰਦ ਰੱਖਣਾ ਬਹੁਤ ਜ਼ਰੂਰੀ ਹੁੰਦਾ ਜੀ। ਇਹ ਐਨੀ ਤਾਂ ਨਹੀਂ ਹਾਈ ਕੋਰਟ ਦੇ ਜੱਜਾਂ ਤੇ ਰੋਕ ਲੱਗੀ ਹੋਈ ਵੀ ਉਹ ਸਮਾਗਮਾਂ 'ਚ ਸ਼ਾਮਲ ਨਹੀਂ ਹੋ ਸਕਦੇ, ਇੱਥੇ ਨਹੀਂ ਸ਼ਾਮਲ ਹੋ ਸਕਦੇ। ਇਹ ਤਾਂ ਸਾਡੀ ਸਿੱਖਾਂ ਦੀ ਜਿਹੜੀ ਸਰਵਉੱਚ ਅਦਾਲਤ ਆ, ਉਹਦੇ ਮੁਖੀ ਨੇ ਜੀ ਜੀ। ਇਹਨਾਂ ਦਾ ਵੀ ਆਚਾਰ ਵਿਹਾਰ ਤੇ ਜਾਗਤਾ ਹੋਣਾ ਚਾਹੀਦਾ ਹੈਗਾ ਸੀ। ਇਹ ਪਹਿਲਾਂ ਇਹਦੀ ਪਾਲਣਾ ਹੁੰਦੀ ਰਹੀ ਆ, ਪਰ ਇਹ ਤੋਂ ਲਗਾਤਾਰ ਇਹ ਤਿਲਕਦੇ ਆ ਰਹੇ ਨੇ, ਤੇ ਜਿਹੜੀ ਬਹੁਤ ਫਿਕਰਮੰਦੀ ਵਾਲੀ ਗੱਲ ਹੈ। ਠੀਕ ਹੈ, ਮੈਂ ਗਰੇਵਾਲ ਸਾਹਿਬ ਨੂੰ ਜ਼ਰੂਰ ਤੁਹਾਡੇ ਇਹਨਾਂ ਨੁਕਤਿਆਂ ਦਾ ਜਵਾਬ ਲੈਣਾ ਚਾਹੂੰਗਾ। ਗਰੇਵਾਲ ਸਾਹਿਬ, ਜਿਵੇਂ 1982 ਦਾ ਹਵਾਲਾ ਦੇ ਕੇ ਔਰ ਸਿੱਖ ਰਹਿਤ ਮਰਿਆਦਾ, ਸਿੱਖ ਸਿਧਾਂਤਾਂ ਦਾ ਹਵਾਲਾ ਦੇ ਕੇ ਮਾਲੀ ਸਾਹਿਬ ਨੇ ਗੱਲ ਰੱਖੀ ਹੈ, ਕੀ ਕਹੋਗੇ? ਦੇਖੋ, ਮੈਂ ਪਹਿਲਾਂ ਹੀ ਇਸ ਗੱਲ 'ਚ ਕਿਹਾ ਜੀ, ਮੈਂ ਇਸ ਬਹਿਸ ਵਿੱਚ ਨਹੀਂ ਪੈਣਾ। ਮਾਲੀ ਸਾਹਿਬ ਦਾ ਆਪਣੇ ਵਿਚਾਰ ਨੇ, ਮੈਂ ਇਹਨਾਂ ਦਾ ਸਤਿਕਾਰ ਕਰਦਾ, ਬੜੇ ਪੁਖਤਾ ਵਿਚਾਰ ਨੇ। ਬਤੌਰ ਸਿੱਖ, ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਨਰਲ ਸਕੱਤਰ, ਕੌਮ ਨੂੰ, ਪੰਥ ਨੂੰ ਤੁਸੀਂ ਕੋਈ ਤਾਂ ਗੱਲ ਉਹਨਾਂ ਨੂੰ ਰੱਖੋਗੇ? ਨਹੀਂ ਜੀ, ਜਿਹੜੀ ਗੱਲ ਮੈਂ ਕਹਿਣੀ ਸੀ ਮੈਂ ਪਹਿਲਾਂ ਹੀ ਕਹੀ, ਜਿਹੜੀ ਗੱਲ ਮੈਂ ਕਹਿਣੀ ਸੀ ਉਹਨਾਂ ਨੂੰ ਮਿਲ ਕੇ ਕਹਿ ਦਿੱਤੀ ਆ। ਮੈਂ ਫੇਰ ਤੁਹਾਨੂੰ ਦੋਨੇ ਪਾਸੇ ਤੁਹਾਡੇ ਨਾਲ ਜ਼ਿਕਰ ਕੀਤੇ ਆ ਕਿ ਉਹਨਾਂ ਦੀ ਸ਼ਖਸੀਅਤ ਨੂੰ ਮੈਂ ਏਦਾਂ ਕੋਈ ਵਿਵਾਦ ਵਿੱਚ ਨਹੀਂ ਪਾਉਣਾ ਚਾਹੁੰਦਾ, ਕਿਉਂਕਿ ਰੁਤਬਾ ਬਹੁਤ ਵੱਡਾ ਹੈ।
ਉਸ ਰੁਤਬੇ ਦਾ ਹੀ ਸਤਿਕਾਰ ਕਰਦੇ ਹਾਂ। ਸੋ ਮੇਰੀ ਆਪਣੀ ਵਿਚਾਰਧਾਰਾ ਨਹੀਂ ਗਰੇਵਾਲ ਸਾਹਿਬ ਠੀਕ ਹੈ, ਤੁਹਾਡੀ ਆਪਣੀ ਵਿਚਾਰਧਾਰਾ ਠੀਕ ਹੈ, ਚੰਗੀ ਹੈ, ਦਰੁਸਤ ਹੈ ਵੀ ਨਹੀਂ ਪਾਉਣਾ, ਪਰ ਉੱਥੇ ਜਾਣ ਨਾਲ ਆਪਣੇ ਆਪ ਪੈ ਗਈ ਹੈ, ਉਸ ਤੋਂ ਬਾਅਦ ਹੀ ਚਰਚਾ ਮੁਨੱਕਦ ਕੀਤੀ ਹੈ ਕਿਉਂਕਿ ਇਹ ਵਿਵਾਦ ਦੇ ਵਿੱਚ ਚੀਜ਼ ਪੈ ਗਈ ਹੈ, ਤਾਣੀ ਉਲਝ ਗਈ ਹੈ ਵੀ ਲਗਾਤਾਰ ਕੁਝ ਹਰ ਰੋਜ਼ ਵਿਵਾਦ ਤਾਂ ਚਿੰਤਕ ਮੇਰਾ ਸਵਾਲ ਪੂਰਾ ਹੋ ਲੈਣ ਤੋਂ ਗਰੇਵਾਲ ਸਾਹਿਬ, ਚਿੰਤਕਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਦੇ ਨਾਲ ਅਸੀਂ ਸਿੱਖ ਸਿਧਾਂਤ ਦਾ ਫਿਲਾਸਫੀ ਦਾ ਮਿਆਰ ਡੇਗ ਰਹੇ ਹਾਂ। ਨਹੀਂ, ਮੈਨੂੰ ਲੱਗਦਾ ਨਹੀਂ, ਕਿਉਂਕਿ ਮੈਂ ਤੁਹਾਨੂੰ ਫੇਰ ਇਹ ਗੱਲ ਕੀਤੀ ਹੈ ਕਿ ਜਿਹੜੀ ਸੰਗਤ ਦੇ ਅੰਦਰ ਕੋਈ ਵਿਰੋਧਾਭਾਸ ਆਇਆ ਜਾਂ ਕੋਈ ਗੱਲ ਆਈ ਆ, ਉਹਦੇ ਚ ਉਹਨਾਂ ਵੱਲੋਂ ਪਿਛਲੇ ਸਮੇਂ 'ਚ ਬਹੁਤ ਵੱਡੀਆਂ ਗੱਲਾਂ ਕੀਤੀਆਂ ਤੇ ਸੰਗਤ ਦੇ ਲਈ ਦੇਖੋ ਸਮੇਂ ਦੀ ਕੇਂਦਰ ਦੀ ਸਰਕਾਰ, ਇੱਥੋਂ ਦੀ ਸਰਕਾਰ, ਅਕਾਲੀ ਦਲ, ਚਾਹੇ ਕੀ ਕਹਿੰਦੇ ਹੁੰਦੇ ਆ ਸ਼੍ਰੋਮਣੀ ਕਮੇਟੀ, ਚਾਹੇ ਕੋਈ ਵੀ ਆ, ਹਰ ਬੰਦੇ ਨੂੰ ਸਮੇਂ ਦੇ ਮੁਤਾਬਕ ਉਹਨਾਂ ਨੇ ਚਾਨਣ ਜ਼ਰੂਰ ਕਰਾਇਆ। तो मैनूं लगदा कि इस गल दा जिहड़ा जवाब आ वो सिंह साहब पुख्ता दे सकदे आ क्योंकि बड़े सियाणे ते बड़े सुलझे होए आ। तो ये कोई मैनूं लगदा विवाद तां रोज खड़े हुंदे आ, विवाद जिन्ना मर्जी को खड़ा कर लो किसी गल दा, ठीक है। देखो विचार आपो अपने आ, आपो अपने नजरिया वा, जिहो जिहा चश्मा लगा उहो जिहा बंदा देखदा। तो मैं भावें माली साहब दे विचारां नालों शायद मेरे कोल ज्यादा भी तक्के विचार हो सकदे आ, पर मैं उन्हां दे रुतबे दी मर्यादा दी पालना करदा हां। बिल्कुल मैं उन्हां दे गरेवाल साहब गल ही रुतबे दी हो रही है, गल जथेदार साहब दी जिहड़ी उस अहुदे दी मर्यादा, उस कुर्सी दी जिहड़ी ताकत है, उसनूं जिवें लोक नतमस्तक हुंदे आ, उसनूं सर्वोच्च मनदे आ ते ਉਹ ਜਿਹੜੀ ਭਾਵਨਾ ਸੰਗਤ ਉਸ ਕੁਰਸੀ ਤੇ ਰੱਖਦੀ ਹੈ, ਯਕੀਨ ਰੱਖਦੀ ਹੈ, ਉਸ ਗੱਦੀ ਤੇ ਯਕੀਨ ਰੱਖਦੀ ਹੈ, ਉਸੇ ਕਰਕੇ ਹੀ ਇਹ ਗੱਲ ਉੱਠ ਹੋ ਰਹੀ ਹੈ। ਅਦਰਵਾਈਜ਼ ਸ਼ਾਇਦ ਕਿਸੇ ਹੋਰ ਨੂੰ ਲੈ ਕੇ ਤਾਂ ਮੈਨੂੰ ਲੱਗਦਾ ਕਦੇ ਵੀ ਅਜੇ ਤੱਕ ਸਵਾਲ ਨਹੀਂ ਹੋਇਆ। ਤੁਸੀਂ ਇੱਕ ਤਰਕ ਦਿੱਤਾ ਸੀ ਕਿ ਆਮ ਆਦਮੀ ਪਾਰਟੀ ਦੇ ਪ੍ਰਤੀ ਜਿਹੜਾ ਹੈ ਪੰਜਾਬ 'ਚ ਸਿੱਖਾਂ ਦੇ ਵਿੱਚ ਰੋਸ ਹੈ ਤੇ ਕਾਂਗਰਸ ਦੇ ਪ੍ਰਤੀ ਤਾਂ ਮੈਨੂੰ ਲੱਗਦਾ ਸਭ ਤੋਂ ਵੱਧ ਰੋਸ ਹੋਊਗਾ, ਤੇ ਉੱਥੇ ਵੀ ਜਥੇਦਾਰ ਸਾਹਿਬ ਗਏ ਸੀਗੇ ਚਰਨਜੀਤ ਚੰਨੀ ਹੋਰਾਂ ਦੇ ਜਦੋਂ ਸਪੁੱਤਰ ਦਾ ਵਿਆਹ ਸੀ। नहीं जी, कोई एडा मसला नहीं गा। गल उदों जिन्नी कि होई होनी आ, उस गल दे विच उदों कोई विचार आई होनी आ, हुण तां काफी दिन लंघ गए ने। तो कांग्रेस जां ओदी नहीं गल, जो मौजूदा हालात चल रहे ने, मैं तां ये गल कीती आ क्योंकि मैनूं इस गल नहीं कही हुई गल दा इस करके ज्यादा सीरियस नहीं लिया जाएगा, क्योंकि मैं एक अकाली दल दे नाल संबंधित हां ते ओह समझणगे कि अकाली दल विचारधारा आम आदमी दे खिलाफ है, इस करके मैं कह रहा। पर आम आवाम दे अंदर सिखां दे प्रति सिखां दे विच आम आदमी दे प्रति नजरिया जिहड़ा बहुत नैगेटिव है ते वाकई इस विच कोई शक नहीं कि जो अमरपाल दे केस दे विच जो रोल अदा कीता पंजाब दी सरकार ने, जिहदे विच असीं ये मन सकदे हां कि केजरीवाल साहब दा उहदे विच आर्डर सी जां उन्हां दा जिहड़ी लिखी स्क्रिप्ट सी ਉਹ ਜਿਹੜੀ ਇੱਥੇ ਵਰਤੀ ਗਈ, ਉਸ ਗੱਲ ਨਾਲ ਰੋਸ ਹੈਗਾ ਵਾ। ਉਸ ਕਰਕੇ ਜਿਹੜੀ ਗੱਲ ਕਰ ਰਹੇ ਆ, ਵੈਸੇ ਕੋਈ ਏਡਾ ਬਹੁਤ ਵੱਡਾ ਮਸਲਾ ਨਹੀਂ ਮੇਰੇ ਹਿਸਾਬ ਨਾਲ ਵਾਲੇ ਦੇ ਵਿੱਚ ਇਹ ਗੱਲ ਸਾਰੇ। ਚਲੋ ਠੀਕ ਹੈ ਮੈਂ ਬਣੇ ਰਹੋ ਗਰੇਵਾਲ ਸਾਹਿਬ। ਬੇਨਤੀ ਹੈ ਮਾਲੀ ਸਾਹਿਬ, ਜਿਵੇਂ ਗਰੇਵਾਲ ਸਾਹਿਬ ਕਹਿ ਰਹੇ ਹੈ ਕਿ ਮਸਲਾ ਕੋਈ ਬਹੁਤਾ ਵੱਡਾ ਨਹੀਂ, ਕਿ ਵਾਕਿਆ ਹੀ ਮਸਲਾ ਵੱਡਾ ਨਹੀਂ, ਗੰਭੀਰ ਨਹੀਂ, ਚਿੰਤਾ ਦਾ ਵਿਸ਼ਾ ਨਹੀਂ, ਕਿਉਂਕਿ ਕੁਝ ਗੱਲਾਂ ਦੇ ਤਰਕ ਦੇ ਨਾਲ ਮੈਂ ਸਵਾਲ ਪੁੱਛਿਆ ਕਿਉਂਕਿ ਪੰਜਾਬ ਦੇ ਵਿੱਚ ਇੱਕ ਸਮਾਂ ਸੀਗਾ ਜਦੋਂ ਲੋਕ ਠੇਕਿਆਂ ਦੇ ਉੱਤੇ, ਹਾਤਿਆਂ ਦੇ ਉੱਤੇ ਨਹੀਂ ਸੀ ਜਾਂਦੇ ਪੱਗਾਂ ਬੰਨ੍ਹ ਕੇ, ਭਾਵੇਂ ਲੁਕ ਛਿਪ ਕੇ ਪੀ ਲੈਂਦੇ ਸੀ। ਫਿਰ ਇੱਥੇ ਗੁਟਕਾ, ਬੀੜੀ, ਤੰਬਾਕੂ ਨਹੀਂ ਸੀ ਵਿਕਦਾ, ਉਹ ਹੌਲੀ ਹੌਲੀ ਵਿਕਣਾ ਸ਼ੁਰੂ ਹੋਇਆ। ਜੇ ਕੋਈ ਖਰੀਦਦਾ ਸੀ ਸਿੱਖ ਦੇ ਸਾਹਮਣੇ ਨਹੀਂ ਸੀ ਖਰੀਦਦਾ, ਜੇ ਪੀਂਦਾ ਸੀ ਤਾਂ ਉਹਦੇ ਸਾਹਮਣੇ ਨਹੀਂ ਸੀ ਪੀਂਦਾ। ਹੁਣ ਤਾਂ ਗੱਲ ਬਾਅਦ ਚੋਂ ਕਰਦਾ, ਮੂੰਹ ਤੇ ਧੂਆਂ ਪਹਿਲਾਂ ਮਾਰਦਾ। ਕੀ ਗਿਰਾਵਟ ਤੇ ਇਹ ਨਿਗਾਰ, ਇਹ ਸਭ ਗੱਲਾਂ ਤੋਂ ਬਾਅਦ ਹੀ ਸ਼ੁਰੂ ਹੋ ਰਿਹਾ। ਮਾਲਵਿੰਦਰ ਜੀ ਦੀ ਹੈਲੋ ਮਾਲਵਿੰਦਰ ਜੀ। ਹਾਂਜੀ, ਇਹ ਜਿਹੜੇ ਆਪਾਂ ਆਪਣੇ ਸਿੱਖ ਦੇ ਕਿਰਦਾਰ ਦੀ, ਵਿਹਾਰ ਦੀ, ਉਹਦੇ ਵਿਚਾਰ ਦੀ ਗੱਲ ਕਰਦੇ ਆ, ਉਹਦੇ ਵਿੱਚ ਲਗਾਤਾਰ ਤਬਦੀਲੀ ਆ ਰੱਖੀ ਆ। ਮਾੜੀ ਗੱਲ ਇਹ ਹੈ ਕਿ ਤਬਦੀਲੀ ਆ ਜਿਹੜੀ ਇਹ ਨਾ ਪੱਖੀ ਜ਼ਿਆਦੇ ਆ। ਦੇਖੋ ਤਬਦੀਲੀਆਂ ਆਉਂਦੀਆਂ ਹੁੰਦੀਆਂ ਨੇ, ਸਮਾਜਿਕ ਜਾਬਤੇ 'ਚ ਵੀ ਤਬਦੀਲੀਆਂ ਆਉਂਦੀਆਂ ਨੇ, ਹੋਰ ਸਾਰੇ ਕਾਸੇ 'ਚ ਵੀ ਤਬਦੀਲੀਆਂ ਆਉਂਦੀਆਂ ਨੇ। ਤਬਦੀਲੀਆਂ ਨੇ ਹਮੇਸ਼ਾ ਗੁਰਬਾਣੀ ਦੇ ਸਿਧਾਂਤ ਨੂੰ, ਸ਼ਬਦ ਗੁਰੂ ਦੇ ਸਿਧਾਂਤ ਦੇ ਅਨੁਸਾਰ ਹੁੰਦੀਆਂ ਨੇ, ਹੋਣੀਆਂ ਚਾਹੀਦੀਆਂ ਨੇ, ਤੇ ਜਿਹਦੇ ਨਾਲ ਸਿੱਖੀ ਕਿਰਦਾਰ ਵਿਹਾਰ ਆ ਜਿਹੜਾ ਉਹ ਪਰਫੈਕਟ ਹੁੰਦਾ, ਉਹ ਹੋਰ ਬੁਲੰਦ ਹੁੰਦਾ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇੱਕ ਵੱਡਾ ਮੋਰਚੇ ਦਾ ਹਿੱਸਾ ਇਸ ਗੱਲ ਤੇ ਸੀ ਵੀ ਅਕਾਲੀ ਦਲ ਆ ਜਿਹੜਾ ਉਹ ਫੇਲ ਇਸ ਕਰਕੇ ਹੋ ਰਿਹਾ, ਸਮਝੌਤੇ ਇਸ ਕਰਕੇ ਕਰ ਰਿਹਾ, ਮਤਲਬ ਗੋਡੇ ਇਸ ਕਰਕੇ ਟੋਕ ਰਿਹਾ ਵੀ ਉਹ ਸਿੱਖੀ ਦੇ ਮੂਲ ਸਿਧਾਂਤਾਂ ਨਾਲੋਂ ਛਿੜਕਿਆ ਹੋਇਆ, ਰਹਿਤ ਮਰਿਆਦਾ ਤੋਂ ਛਿੜਕਿਆ ਹੋਇਆ। ਇਸੇ ਕਰਕੇ ਉਸ ਸਮੇਂ ਦੌਰਾਨ ਦਮਦਮੀ ਟਕਸਾਲ ਦੀ ਜਿਹੜੀ ਧਰਮ ਪ੍ਰਚਾਰ ਮੁਹਿੰਮ ਸੀ ਉਹਨਾਂ ਨੇ ਚਲਾਈ,
ਤੇ ਮੁੜ ਕੇ ਉਹ ਧਰਮ ਯੁੱਧ ਮੋਰਚੇ ਦਾ ਹਿੱਸਾ ਬਣੇ ਜੀ। ਤੇ ਆਖਰ ਦੇ ਵਿੱਚ ਆ ਕੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ। ਤਾਂ ਅਰਸੇ ਦੌਰਾਨ ਵੀ ਇਹ ਸਵਾਲ ਉੱਠਿਆ ਸੀ ਜਿਹੜਾ ਮੈਂ ਉਠਾਇਆ, ਠੀਕ ਹੈ ਜੀ, ਠੀਕ ਹੈ ਭਿੰਡਰਾਣਾ ਨੇ ਉਠਾਇਆ ਸੀ ਜੀ। ਕਿ ਜਥੇਦਾਰ ਇੱਕ ਆਮ ਬੰਦਾ ਨਹੀਂ ਹੈ, ਹੂੰ ਉਹ ਤਖਤ ਦਾ ਜਥੇਦਾਰ ਇੱਕ ਧਾਰਨ ਸਿੱਖ ਨਹੀਂ ਹੈ, ਧਾਰਨ ਲੀਡਰ ਹੈ। ਜੀ ਉਹਦੀ ਹਰ ਇੱਕ ਗੱਲ ਆ ਜਿਹੜੀ ਉਹ ਲੋਕਾਂ ਲਈ ਰਾਹ ਦਰਸਾਵਾ, ਪ੍ਰੇਰਨਾ ਸਰੋਤ ਆ। ਮੈਂ ਸਵਾਲ ਇਹ ਉਠਾਇਆ, ਜਥੇਦਾਰ ਸਾਹਿਬ ਦੇ ਨਿੱਜੀ ਰਿਸ਼ਤੇਦਾਰ ਨੇ, ਨਾਨਕੇ ਦਾਦਕੇ ਨੇ, ਮਾਸੀ ਦੇ ਭੂਆ ਦੇ ਪੁੱਤ ਨੇ, ਰਿਸ਼ਤੇਦਾਰੀਆਂ ਨੇ, ਉੱਥੇ ਉਹ ਜਾਂਦੇ ਨੇ ਨਿੱਜੀ ਤੌਰ ਤੇ। ਉੱਥੇ ਕਈ ਗੱਲਾਂ ਨੂੰ ਇਗਨੋਰ ਕੀਤਾ ਜਾ ਸਕਦਾ ਕਿ ਯਾਰ ਠੀਕ ਆ ਸਾਰੇ ਰਿਸ਼ਤੇਦਾਰ ਉਹ ਜਿਹੇ ਨਹੀਂ ਹੁੰਦੇ ਜਾਂ ਉਸ ਤਰ੍ਹਾਂ ਦੀ ਗੱਲ ਨਹੀਂ ਹੁੰਦੇ। ਹੁਣ ਤੁਸੀਂ ਇੱਕ ਪਰਦਾ ਇਹ ਪਾ ਰਹੇ ਹੋ ਵੀ ਕਿਉਂਕਿ ਆਮ ਆਦਮੀ ਪਾਰਟੀ ਦੇ ਖਿਲਾਫ ਗੁੱਸਾ। ਪਹਿਲੀ ਗੱਲ, ਆਮ ਆਦਮੀ ਪਾਰਟੀ ਤਾਂ ਉਹਨੇ ਅਪਰਾਧ ਕੀਤੇ ਨਹੀਂ ਸਿੱਖਾਂ ਦੇ ਖਿਲਾਫ ਜਿੰਨੇ ਕਾਂਗਰਸ ਨੇ ਕੀਤੇ ਆ, ਤੇ ਕਾਂਗਰਸੀ ਆਗੂਆਂ ਨਾਲ ਅਕਾਲੀ ਆਗੂ ਨੇ ਰਿਸ਼ਤੇਦਾਰੀਆਂ ਨਜ਼ਦੀਕੀ ਦੁਆਈਆਂ ਭੱਜਾਂ ਵਾਲੀਆਂ, ਉਹਨਾਂ ਨਾਲ ਲਿਸਟਾਂ ਕਿੰਨੀਆਂ ਵੱਡੀਆਂ ਨੇ ਜੀ। ਬਿਲਕੁਲ ਤੇ ਬਿਲਕੁਲ ਇਸ ਕਰਕੇ ਹੁਣ ਇਹਨੂੰ ਇਹ ਕਹਿਣਾ ਵੀ ਆਮ ਆਦਮੀ ਪਾਰਟੀ ਖਿਲਾਫ ਗੁੱਸਾ ਹੈ ਇਸ ਕਰਕੇ ਇਹ ਗੱਲ ਬਿਲਕੁਲ ਨਹੀਂ ਜੀ। ਇਹ ਦੱਸਣ ਤਾਂ ਸਹੀ ਨਾ ਜੀ। ਬਿਲਕੁਲ। ਮੈਂ ਕਹਿੰਦਾ ਜੇ ਕਾਂਗਰਸ ਪਾਰਟੀ ਨੇ ਸਿਆਸੀ ਜ਼ੁਲਮ ਕੀਤੇ, ਸਾਰੇ ਕਾਂਗਰਸੀ ਆਗੂ ਤਾਂ ਦੁਸ਼ਮਣ ਹੀ ਬਣ ਗਏ ਸਿੱਖਾਂ ਦੇ। ਜੀ ਜੀ ਉਹਨਾਂ ਦਾ ਨਿੱਜੀ ਕਿਰਦਾਰ ਵਿਹਾਰ ਨਹੀਂ ਬਣ ਗਿਆ, ਉਹ ਸਿੱਖ ਵੀ ਨੇ, ਜੀ। ਬਹੁਤ ਅੰਮ੍ਰਿਤਧਾਰੀ ਵੀ ਨੇ, ਬਹੁਤ ਨਸ਼ਾ ਪੱਤਾ ਵੀ ਨਹੀਂ ਕਰਦੇ, ਦਰਬਾਰ ਸਾਹਿਬ ਵੀ ਜਾਂਦੇ ਨੇ, ਉਹਨਾਂ ਦਾ ਸਤਿਕਾਰ ਵੀ ਹੁੰਦਾ, ਉੱਥੇ ਜਾਇਆ ਵੀ ਜਾ ਸਕਦਾ। ਜੀ 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 ਜਮਾਤ ਦੇ ਤੌਰ ਤੇ ਕਿਸੇ ਨੂੰ ਬਾਈਕਾਟ ਥੋੜਾ ਤੁਸੀਂ ਕਰਦੇ ਹੋ। ਜਦੋਂ ਤੁਸੀਂ ਇੱਕ ਜਮਾਤ ਦੇ ਤੌਰ ਤੇ ਬਾਈਕਾਟ ਕੀਤਾ, ਉਹਦੀਆਂ ਸਮੱਸਿਆਵਾਂ ਪੈਦਾ ਹੋਈਆਂ ਨੇ ਜੀ। ਤੁਸੀਂ ਨਿਰੰਕਾਰੀ ਮੁਖੀ ਖਿਲਾਫ ਹੁਕਮਨਾਮਾ ਜਾਰੀ ਕਰਨ ਦਿੱਤਾ, ਪੂਰੀ ਸੰਪਰਦਾ ਖਿਲਾਫ ਕਰਤਾ, ਖਾਲਸੇ ਵਾਲੇ ਸਾਧ ਦੇ ਖਿਲਾਫ ਕਰਨ ਦਿੱਤਾ, ਪੂਰੀ ਸੰਪਰਦਾ ਦੇ ਖਿਲਾਫ ਕਰਤਾ। ਜੀ। ਜੇ ਤੁਸੀਂ ਹਰ ਇੱਕ ਪੈਂਤੜਾ ਵੋਟ ਸਿਆਸਤ ਦੇ ਆਧਾਰ ਤੇ ਕਰਨਾ ਜੀ। ਵੀ ਕੀ ਸਿਆਸੀ ਨਫਾ ਨੁਕਸਾਨ ਆ, ਜੀ। ਜਾਂ ਇਹਦੇ ਵਿੱਚ ਤੁਹਾਡਾ ਨਿੱਜੀ ਨਫਾ ਨੁਕਸਾਨ ਵੀ ਆ ਜਾਂਦਾ। ਜੀ ਕਿੰਨੇ ਸਵਾਲ ਉੱਠੇ ਨੇ, ਬਿਲਕੁਲ। ਮਤਲਬ ਜਥੇਦਾਰਾਂ ਤੇ ਸਵਾਲ ਉਠਾਏ ਨੇ ਵੀ ਤੁਸੀਂ ਡੇਰੇਦਾਰਾਂ ਨਾਲ ਸਾਂਝ ਝਾਲੀ ਪਾਈ ਹੋਈ ਆ, ਤੁਸੀਂ ਉਹਨਾਂ ਦੇ ਹਰ ਇੱਕ ਪ੍ਰੋਗਰਾਮ 'ਚ ਜਾਂਦੇ ਹੋ, ਉੱਥੇ ਲਿਫਾਫੇ ਲੈ ਕੇ ਆਉਂਦੇ ਹੋ ਜੀ। ਬਾਹਰਲੇ ਮੁਲਕਾਂ 'ਚ ਜਾਂਦੇ ਹੋ, ਤੁਸੀਂ ਲਿਫਾਫੇ ਲੈ ਕੇ ਆਉਂਦੇ ਹੋ ਜੀ। ਸੋ ਇਹ ਗੱਲਾਂ ਗੰਭੀਰਤਾ ਨਾਲ ਵਿਚਾਰਨ ਵਾਲੀਆਂ ਨੇ। ਗੱਲ ਸਹੇ ਦੀ ਨਹੀਂ, ਗੱਲ ਪਹੇ ਦੀ ਆ। ਬਿਲਕੁਲ ਠੀਕ ਹੈ। ਮਾਲੀ ਸਾਹਿਬ ਤੁਸੀਂ ਜੁੜੇ, ਇਹ तमाम ਗੱਲਾਂ ਬਾਤਾਂ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਗਰੇਵਾਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਕੀਮਤੀ ਸਮੇਂ ਜੋ ਤੁਸੀਂ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ। ਸੋ ਗੱਲ ਜਥੇਦਾਰ ਸਾਹਿਬ ਦੇ ਦਿੱਲੀ ਰਾਘਵ ਚੱਡਾ ਪ੍ਰਨੀਤੀ ਚੋਪੜਾ ਦੀ ਜਿਹੜੀ ਸਗਾਈ ਮੰਗਣੀ ਹੋਈ ਹੈ, ਉੱਥੇ ਜਾਣ ਤੇ ਉੱਠੇ ਵਿਰੋਧ ਤੋਂ ਬਾਅਦ ਕੀਤੀ ਗਈ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਵਿਚਾਰਦੇ ਹੋ, ਆਪਣਾ ਪੱਖ ਕਮੈਂਟ ਬਾਕਸ 'ਚ ਰੱਖ ਸਕਦੇ ਹੋ। ਭਲਕੇ ਕਿਸੇ ਹੋਰ ਵਿਸ਼ੇ ਨਾਲ ਰੂਬਰੂ ਹੋਵਾਂਗੇ। ਉਦੋਂ ਤੱਕ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।